इसको उल्टा करके देखते सामने की हाइट बराबर है, हाइट बराबर है, लंबाई होना चाहिए होना है। Opposite angles are नहीं आती है ये मेरा बेटा पैरेललोग्राम ड्रॉ ऑल एंगल्स आर एक्सप्लेनेशन बहुत अच्छी से बेटा एक्सप्लेनेशन बहुत अच्छी पूरा पौना अनुपात मेरे को एक राइट एंगल इसका एक कॉर्नर बाकी दो कोना का जोड़ 90 ठीक है साइन ऑफ ए होता है लंब बटा कर लंब मेरी आज की क्रिया का नाम है गुणनखंड रुख जा फैक्टर से मैं गुणनखंड रुख बारे दसांगी। सब तो पहला असी 8 का गुणनखंड पावांगे 4 दूनी 8 दो भाग संख्या है इसलिए इसके गुणनखंड नहीं पाते हुण असी 4 ਨੂੰ ਵੰਡਾਂਗੇ 4 दूनी 2 दूनी 4 इसलिए इसके गुणनखंड ਹਨ 2 गुना 2 गुना 2 ਹੁਣ ਅਸੀਂ 28 ਦੇ ਗੁਣਨਖੰਡ ਬਣਾਵਾਂਗੇ 14 दूना 28 दो अभाज्य संख्या है इसलिए ਅਸੀਂ 14 ਨੂੰ ਵੰਡਾਂਗੇ 7 दूनी 14 इस दे गुणनखंड ਹਨ 2 गुना 2 गुना 7 ਹੁਣ ਅਸੀਂ 32 ਦੇ ਗੁਣਨਖੰਡ ਬਣਾਵਾਂਗੇ 16 दूना 32 16 ਨੂੰ ਵੰਡਾਂਗੇ 8 दूनी 16 ਹੁਣ ਅਸੀਂ 8 ਦੇ ਗੁਣਨਖੰਡ ਬਣਾਵਾਂਗੇ 4
ਵੱਧ ਤੋਂ ਵੱਧ 2 ਸਪਰਸ਼ ਰੇਖਾਵਾਂ ਹੀ ਹੋ ਸਕਦੀਆਂ ਹਨ। 2 ਸਪਰਸ਼ ਰੇਖਾਵਾਂ ਹੀ ਹੋ ਸਕਦੀਆਂ ਹਨ। ਜੇਕਰ 2 ਬਿੰਦੀਆਂ ਸਪਰਸ਼ ਕਰਨ ਤਾਂ ਇਸ ਨੂੰ ਛੇਦਕ ਰੇਖਾ ਕਿਹਾ ਜਾਂਦਾ ਹੈ। ਕਿਹੜੀ ਰੇਖਾ? ਛੇਦਕ ਬੇਟਾ ਹੁਣ ਅਸੀਂ A, B ਅਤੇ A, C ਦੇ ਮਾਤਰੇ ਨਾਲ ਮਿਲਾਉਂਦੇ ਸਾਡੇ ਕੋਲ DE ਰੇਖਾ 13 ਸੈਂਟੀਮੀਟਰ ਪ੍ਰਾਪਤ ਹੋਇਆ ਹੈ, ਜੋ ਕਿ 13 ਸੈਂਟੀਮੀਟਰ 26 ਸੈਂਟੀਮੀਟਰ ਦਾ ਅੱਧ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਇਸ ਦਾ ਅੱਧ ਹੈ। ਹੁਣ ਸਾਡੇ ਕੋਲ ਇਹ 90 ਕੋਣ ਹਨ। ਜੇਕਰ ਇਹਨਾਂ ਨੂੰ ਮਿਲਾਇਆ ਜਾਵੇ ਤਾਂ ਜੋ ਕਿ 180 ਡਿਗਰੀ ਦਾ ਹੁੰਦਾ ਹੈ। ਹੁਣ ਇਹ ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਦੋਵੇਂ ਭੁਜਾਵਾਂ ਸਮਾਂਤਰ ਹਨ ਅਤੇ ਨਾਲ ਦੀ ਨਾਲ ਇਸ ਦੀ ਸਮਾਂਤਰ ਕਿਵੇਂ ਹੋਈ ਹੁੰਦੀ ਹੈ? ਵਿਸ਼ੇਸ਼ ਕੋਣਾਂ ਦੇ ਤ੍ਰਿਕੋਣਮਿਤੀ ਅਨੁਪਾਤ ਪਤਾ ਕਰਨਾ। ਅਸੀਂ ਤ੍ਰਿਕੋਣਮਿਤੀ ਅਨੁਪਾਤ ਦਾ sin ਥੀਟਾ ਦਾ ਮੁੱਲ ਪਤਾ ਕਰ ਲਈ। sin ਥੀਟਾ ਵਰਗਮੂਲ ਨੰਬਰ ਫਿੰਗਰਸ ਫਲੋ ਬਟਾ 2 ਦੇ ਫਾਰਮੂਲੇ ਦੀ ਵਰਤੋਂ ਕਰਦੇ ਹਾਂ। ਜੇ ਅਸੀਂ ਜਿਵੇਂ ਹਾਂਜੀ ਜੋ ਕਹਿਣਾ ਛੋਟੀ ਜ਼ੀਰੋ ਜਿਵੇਂ sin 90 ਡਿਗਰੀ ਦਾ ਅਸੀਂ ਮੁੱਲ ਪਤਾ ਕਰਨਾ ਵਾ। ਇਸ ਨੂੰ ਅਸੀਂ ਹੇਠਾਂ ਵੱਲ ਨੂੰ ਮੋੜਾਂਗੇ। ਇਸ ਦੇ ਪ੍ਰਜਾਤੀਆਂ ਹਨ, ਇਸ ਕਰਕੇ ਵਰਗਮੂਲ 4/2 4 ਦਾ ਵਰਗਮੂਲ ਇਸ ਕਰਕੇ ਇਹਦਾ 90 ਡਿਗਰੀ ਦਾ ਮੁੱਲ ਆਉਂਦਾ। ਇਸ ਕਰਕੇ ਅੱਛਾ ਇਸ ਤੋਂ ਬਾਅਦ ਦੇਖਦੇ ਹਾਂ। ਹਾਂਜੀ ਸਾਈਨ ਥੀਟਾ ਚੋਣੀਆਂ ਦੇ ਫਿਗਰਸ ਫਿੰਗਰਸ ਬਿਲੋ ਨੀਚੇ ਜਿਹੜੀ ਆਉਣਗੀ ਵਰਗਮੂਲ 1/2 ਵੈਰੀ ਮਤਲਬ ਵੈਸੇ ਹੀ ਨਵਾਂ ਸੀ ਨਾ, ਪਿਛਲੇ ਤਾਂ ਬਾਕੀ ਤਾਂ ਦੇਖਿਆ ਤਾਂ ਵੀ ਅੱਛਾ ਫਾਰਮੂਲਾ ਕੀ ਹੈ? इधर को जाए जल्दी में लगे दो काम जाए जल्दी में गुड मॉर्निंग मैम, मेरा नाम गुरविंदर है। मैं 10th क्लास की विद्यार्थी हूँ। आज मेरी क्रिया का नाम है त्रिभुज की लंबी भुजा के सामने वाला कौन है। मेरे को त्रिभुज ए बी ओ है। ਹੁਣ मैं इस दियां भुजावां मापनी है। ए बी भुजा 22 सेंटीमीटर है, ओ बी भुजा 17 सेंटीमीटर है, ए ओ भुजा 27 सेंटीमीटर है। सब तो लंबी भुजा ए ओ। ਹੁਣ मैं इसे कौन मापनी है। ਸਭ ਤੋਂ ਲੰਬੀ ਭੁਜਾ ਨੂੰ ਕੀ ਕਹਿੰਦੇ ਨੇ ਇਹ ਭੁਜ ਦੀ ਸਭ ਤੋਂ ਲੰਬੀ ਵਾਲੀ ਭੁਜਾ ਦਾ ਨਾਮ 90 ਡਿਗਰੀ ਦੇ ਸਾਹਮਣੇ ਕਰਨ ਹੁਣ ਮੈਂ ਇਸ ਦੇ ਕੋਣ ਮਾਪਦੀ ਹਾਂ। ओ ए बी कोण 55 डिग्री है, ए बी ओ कोण 90 डिग्री है, ए ओ कोण 50 डिग्री है। सब तो लंबी भुजा ए ओ है और इसके सामने वाला कोण बड़ा है 90 जो कि 90 डिग्री का ਇਹ ਹੀ ਆਪਾਂ ਪ੍ਰੂਵ ਕਰਨਾ ਸੀ ਕਿ ਭੁਜ ਦੀ ਲੰਬੀ ਭੁਜਾ ਦੇ ਸਾਹਮਣੇ जीरो आ जाता है। सब तो छोटी पूर्ण संख्या जीरो है और सब तो बड़ी अनगिनत गिनी नहीं जा सकती। संपूर्ण संख्यावां ਉਹ ਸੰਖਿਆਵਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ 0 ਪਲੱਸ ਤੇ ਮਾਈਨਸ ਵਾਲੀਆਂ ਸੰਖਿਆਵਾਂ ਹੁੰਦੀਆਂ ਹਨ। ਦਰਸਾਈ ਨਹੀਂ ਜਾ ਸਕਦੀ। ਹਾਂਜੀ ਔਰ ਇਹ ਸਭ ਦਾ ਫਿਗਰ ਕਿਹੜੀ ਹੈ ਕਿੱਥੇ ਰੱਖੀ ਇਹਨੂੰ ਦੇਣੀ ਕਿ ਬਿਨਾਂ ਵੇਖੇ ਬਲੂ ਦੀ ਕੀ ਸੰਭਾਵਨਾ ਹੈ 6/20 ਕਿਉਂ ਆ ਬਲੂ ਬਾਲਸ ਕਿੰਨੀਆਂ ਨੇ 6 ਬਾਲਸ ਨੇ ਟੋਟਲ ਕਿੰਨੀਆਂ ਨੇ 20 ਬਲੂ ਜਿਹੜੀ ਹੈ ਉਹ 6 ਨੇ ਤੇ ਟੋਟਲ 20 ਨੇ ਫਿਰ 6/20 ਦੀ ਪ੍ਰੋਬੇਬਿਲਿਟੀ ਕਾਪੀ ਵੀ ਬਣਾਉਂਦਾ ਹੈ ਚਲੋ ਫਿਰ ਠੀਕ ਹੈ ਗॉड गिफ्ट भी ठीक है चार बड़ा 8 की कटिंग कर दे अब ये हो गया 4 बटा ਸਾਨੂੰ 90 ਡਿਗਰੀ ਦਾ ਹੁੰਦਾ ਹੈ ਔਰ ਸਾਡੇ ਇੱਕ ਲੰਬ ਹੈ ਇੱਕ ਆਧਾਰ ਹੈ। ਹੁਣ ਅਸੀਂ ਇਹਨਾਂ ਦਾ ਕਰਨ ਪਤਾ ਕਰਨਾ ਹੈ। ਸਾਡੇ ਪਾਈਥਾਗੋਰਸ ਥਿਓਰਮ ਅਨੁਸਾਰ ਸਾਡੇ ਕੋਲ ਫਾਰਮੂਲਾ ਹੈ ਕਾਲੀਆ ਕਰਨ ਬਰਾਬਰ ਲੰਬ ਜਮਾ ਆਧਾਰ। ਸਾਡੇ ਕੋਲ ਇੱਕ ਲੰਬ ਹੈ ਕਰਨ ਦਾ ਸਾਡੇ ਕੋਲ
ਕਿਸੇ ਵੀ ਬਿਜਲੀ ਦਾ ਕੌਣ ਬਣਾਏਗੀ ਅਸੀਂ ਦੇਖਾਂਗੇ ਯਾਰ ਕਿਸੇ ਬਿਜਲੀ ਦਾ ਕੌਣ मेरी एक्टिविटी चक्करदार केंद्र पता करना है, इसलिए मैं कोई भी चक्कर दे के मैं पॉइंट करूँगा। इसको मैं चक्कर दिया जगह पता है ਐਨ ਹੈਗਾ ਭੁਜਾਵਾਂ ਦੀ ਗਿਣਤੀ ਨੰਬਰ ਆਫ ਹਾਂਜੀ ਜੇ ਮੰਨ ਲਓ 5 ਭੁਜਾਵਾਂ ਨੇ 5 minus 2 5 ਦੋ ਗਿਆ ਮੈਨੂੰ into 1 3 ਗੁਣਾ 180 ਮੇਰੇ ਕੋਲ ਆ ਗਿਆ 540 ਹੁਣ ਇਹਨੂੰ मैं छात्र विद्यार्थी हाँ मेरी एक्टिविटी का नाम है महत्व समावट पर हाईएस्ट कॉमन फैक्टर इस ਵਿੱਚ ਦੋ ਸੰਖਿਆ ਲੱਗੀਆਂ ਹਨ 10 6 ਅਤੇ 10 ਇਸ ਵਿੱਚ 6 ਬਿੰਦੂ ਅਤੇ ਇਸ ਵਿੱਚ 10 ਬਿੰਦੂ ਹਨ ਹੁਣ 6 ਬਿੰਦੂ 10 ਬਿੰਦੂ ਵੱਧ ਹਨ ਅਤੇ 6 ਘੱਟ ਹਨ ਇਸ ਲਈ ਜਿਹੜੇ 6 ਬਿੰਦੂ ਘੱਟ ਹਨ ਉਹ ਇਸ ਵਿੱਚ ਅਸੀਂ ਕੱਢ ਦੇਵਾਂਗੇ ਇਸ ਵਿੱਚ 4 ਬਿੰਦੂ ਬਚ ਗਏ ਹਨ ਹੁਣ 6 ਵਾਲੀ ਸੰਖਿਆ ਵੱਧ ਹੈ ਇਸ ਲਈ ਇਸ ਵਿੱਚੋਂ 10 ਵਾਲੀ ਸੰਖਿਆ ਘਟਾ ਦੇਵਾਂਗੇ ਇਸ ਵਿੱਚ 4 ਬਿੰਦੂ ਹਨ ਇਸ ਲਈ 4 ਘਟਾ ਦੇਵਾਂਗੇ ਇਸ ਵਿੱਚ 2 ਬਚ ਗਏ ਹਨ ਅਤੇ ਇਸ ਵਿੱਚ 4 ਹੁਣ ਆਹ ਵਾਲੀ ਸੰਖਿਆ ਵੱਡੀ ਹੈ ਤੇ ਇਸ ਵਿੱਚ ਅਸੀਂ 2 ਬਿੰਦੂ ਘਟਾ ਦੇਵਾਂਗੇ 6 ਅਤੇ 10 ਦਾ ਮਹੱਤਵ ਸਮਵਰਤਕ 2 ਹੈ highest common ਇਹਦੇ ਮਾਡਲ ਕੰਪੇਅਰ ਕੀਤੇ ਨਾਲ ਨਹੀਂ ਹਾਈਟ ਕੋਈ ਗੱਲ ਨਹੀਂ ਦੋ ਚਾਰ ਬੱਚੇ ਦਾ ਹੁੰਦਾ ਹੈ ਨਾ ਬੱਚਾ ਨੇ ਬਾਕੀ ਬੱਚੇ ਜੋ ਹੈ ਵੈਰੀ ਗੁੱਡ ਰੈਪਿੰਗ ਲਾ ਦੇ ਬੇਟਾ ਸਾਰੇ ਦੇ ਵਾਸਤੇ मानविक पढ़ी है मेरी क्रिया का नाम संपूरक कौन है मैं ਜਿਹੜੇ ਦੋ ਕੋਣਾਂ ਦਾ ਜੋੜ 180 ਡਿਗਰੀ ਹੋਵੇ ਉਹ ਇੱਕ ਦੂਜੇ ਦੇ ਸੰਪੂਰਕ ਕੋਣ ਹੁੰਦੇ ਹਨ ਮੈਂ ਇਸ ਨੂੰ ਸੁਝਾ ਰਿਹਾ ਪਹਿਲੇ ਚਾਹੇ 150 दूसरे 50 डिग्री 120 डिग्री का संपूर्ण या 120 डिग्री ਜਿਹੜੇ ਵੀ ਦੋ ਹੈ ਜਮਾਨੇ ਦੇ ਬਰਾਬਰ ਠੀਕ ਹੈ ਚਿੱਟੇ ਮੋਤੀ 12 ਤੀਜ ਮੋਤੀ 8 ਅਤੇ ਸੁਨਹਿਰੇ ਮੋਤੀ 14 ਹਨ ਮੈਂ ਅੱਜ ਇਹਨਾਂ ਸਾਰਿਆਂ ਦੀ ਪ੍ਰਤੀਸ਼ਤ ਪਤਾ ਕਰਨ ਜਾ ਰਹੀ ਹਾਂ ਪ੍ਰਤੀਸ਼ਤ ਪਤਾ ਕਰਨ ਲਈ ਕੁੱਲ ਮੋਤੀਆਂ ਪ੍ਰਤੀਸ਼ਤ ਪਤਾ ਕਰਨ ਲਈ ਦਿੱਤੇ ਇਸ ਨੂੰ ਦੇਖਾਂਗੀ ਕਿ ਇਹ ਇਸ ਦੇ ਪਹਾੜੇ ਤੇ ਆਵੇਗਾ ਇਹ 3 ਦੇ ਪਹਾੜੇ ਵਿੱਚ ਹੁਣ ਮੈਂ ਚਿੱਟੇ ਮੋਤੀਆਂ -8 बराबर 8 ये कथन करता है मैं नीरज राजपूत आई रीडिंग 7th क्लास मैं आज कथन मैं सुझा रही हूँ ਜਿਵੇਂ ਆ 6 + 4 ਹੈ ਤਾਂ 4 ਹੈ ਇੱਕ ਹੀ ਤੀਲੀ ਮੂਵ ਕਰਨੀ ਆ ਤੁਸੀਂ ਕੋਸ਼ਿਸ਼ ਕਰੋ ਸੋਚੋ ਜ਼ਰਾ ਕਿਹੜੀ ਤੇ ਮੂਵ ਕਰਕੇ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਇਕੁਅਲ ਬਣ ਸਕਦੀ ਹਾਂਜੀ ਹੋ ਜਿਹੜਾ ਹੈ ਕੀ ਕਰਨਾ ਪਾਣੀ ਨਵਾਂ 4 Good morning to all of you. My name is Raj Singh. I read 8th class senior school. In mathematics fair ਅੱਜ ਮੈਂ ਤਾਂ ਇੱਕ ਗੇਮ ਖੇਡਣ ਜਾ ਰਿਹਾ ਹਾਂ ਜਿਸ ਤੋਂ ਸਾਨੂੰ ਸੁੰਦਰ ਡਿਜ਼ਾਈਨਸ ਪ੍ਰਾਪਤ ਹੁੰਦੇ ਹਨ ਤੇ ਮੈਕਸਿਮਮ ਪੁਆਇੰਟਸ ਜਾਂ ਕਿੰਨੀਆਂ ਲਾਈਨ ਸੈਗਮੈਂਟਸ ਹੋ ਸਕਦੀਆਂ ਹਨ ਤੋਂ ਪਤਾ ਲੱਗਦਾ ਹੈ ਦੇਖੋ ਸਾਡੇ ਕੋਲ ਇੱਥੇ 2 ਪੁਆਇੰਟਸ ਹੈ 2 ਪੁਆਇੰਟਸ ਤੋਂ ਕਿੰਨੀਆਂ ਲਾਈਨ ਸੈਗਮੈਂਟਸ ਬਣ ਸਕਦੀਆਂ ਹਨ 1 ਲਾਈਨ ਸੈਗਮੈਂਟ ਬਣੇਗੀ ਨੈਕਸਟ ਸਾਡੇ ਕੋਲ 3 ਪੁਆਇੰਟਸ ਹੈ 3 ਪੁਆਇੰਟਸ ਤੋਂ ਕਿੰਨੀਆਂ ਲਾਈਨ ਸੈਗਮੈਂਟਸ ਬਣ ਸਕਦੀਆਂ ਹਨ 3 ਲਾਈਕ this and मैं ਦੱਸ ਸਕਦੇ ਹੋ ਕਿ ਇਸ ਵਿੱਚ ਕਿੰਨੀਆਂ ਲਾਈਨ ਸੈਗਮੈਂਟਸ ਹਨ ਤਾਂ ਮੈਡਮ 10 ਬਿੰਦੂ ਲਾਏ ਗਏ ਆ 10 ਬਿੰਦੂਆਂ ਨੂੰ ਮਿਕਸ ਕਰੀ ਕਿੰਨੀਆਂ ਲਾਈਨਾਂ ਡਰਾ ਕਰ ਸਕਦੇ ਵੱਧ ਤੋਂ ਵੱਧ ਨੋ ਮੈਮ ਜਦੋਂ ਪੁਆਇੰਟਸ ਦੀ ਨੰਬਰਿੰਗ ਵਧਦੀ ਜਾਵੇਗੀ ਉਦੋਂ ਉਹਦਾ ਲਾਈਨ ਸੈਗਮੈਂਟਸ ਨੂੰ ਕਾਊਂਟ ਕਰਨਾ ਸਾਡੇ ਲਈ ਡਿਫਿਕਲਟ ਹੈ ਇਸ ਲਈ ਇੱਕ ਮੈਂ ਟ੍ਰਿਕ ਲੈ ਕੇ ਆਇਆ ਜਿਸ ਵਿੱਚ ਅਸੀਂ ਆਪ ਗਿਣ ਸਕਦੇ ਹਾਂ ਦੇਖੋ ਇੱਕ ਕਹਿਣਾ ਹੈ 10 ਚੋਂ 1 ਮਾਈਨਸ ਕਰਨ ਤੇ ਕਿੰਨਾ ਮਿਲਦਾ ਹੈ 9
फिर 9 ਨੂੰ 10 ਨਾਲ ਮਲਟੀਪਲਾਈ ਕਰਨ ਤੇ ਕਿੰਨਾ ਮਿਲਦਾ ਹੈ 90 ਐਂਡ 90 ਦਾ ਹਾਫ ਕਿੰਨਾ ਹੁੰਦਾ ਹੈ 45 ਜੇ 5 ਚੋਂ 1 ਮਾਈਨਸ ਕਰਨ ਤੇ ਕਿੰਨਾ ਮਿਲਦਾ ਹੈ 4 4 5 ਜਾਂ 20 20 ਦਾ ਹਾਫ ਕਿੰਨਾ ਹੁੰਦਾ ਹੈ 10 therefore 10 times segments are like this number of points in a sheet stage 1 minus करने के नंबर है 5 5 शिका 3 ਤੇ 3 ਦਾ ਹਾਫ ਕਿੰਨਾ ਹੁੰਦਾ 50 ਇਸ ਤੋਂ ਅਸੀਂ ਮੈਕਸਿਮਮ ਪੁਆਇੰਟਸ ਨੇ ਕਿੰਨਾ ਲਾਈਨ ਸੈਗਮੈਂਟ ਹੋ ਸਕਦੇ ਹਾਂ ਜਾਣ ਸਕਦੇ ਹਾਂ ਥੈਂਕ ਯੂ ਮੈਡਮ ਮੰਨੇ ਉਹਦੇ ਨਾਲ ਆਪਣੇ ਪਾਣੀ ਵਾਲੇ ਪਲੇ ਤਿਆਰ ਕੀਤੇ ਹਾਂਜੀ ਸਹੀ ਬੜਾ ਵੈਰੀ ਨਾਈਸ ਚਲੋ ਇਹਨੇ ਆ ਡਿਫਿਕਲਟ ਕਹਿੰਦਾ ਸਭ ਡਿਫਿਕਲਟ ਹੈ ਵੀ ਲੈਣਾ ਸਭ ਤੋਂ ਇੰਡੀਆ का ਹੁੰਦੇ ਬਟ ਇਸ ਲਈ ਵੈਰੀ ਈਜ਼ੀ ਹੈ ਮਤਲਬ ਬੱਚੇ ਨੂੰ ਵੀ ਛੋਟੇ ਬੱਚੇ ਨੂੰ ਵੀ ਸਮਝਾਉਣਾ ਬਹੁਤ ਅੱਛਾ ਵੈਰੀ प्राउड ऑफ यू सारे ही बहुत अच्छा है बट थोड़ा एक्सप्लेनेशन इज डिफिकल्ट आज हम आपस में कौन आखते हैं ਇਹ ਨੱਬੇ ਦਾ ਬਣਾ ਜਾਦਨੀ 8 ਵਰਗ ਇਕਾਈਆਂ ਇਹ ਇੱਕ ਤ੍ਰਿਭੁਜ ਹੈ ਤ੍ਰਿਭੁਜ ਦਾ ਖੇਤਰਫਲ 1/2 ਗੁਣਾ ਆਧਾਰ ਗੁਣਾ ਸਿੱਖਣਾ 1/2 ਗੁਣਾ ਆਧਾਰ ਇਹ ਦੁਬਾਰਾ ਦੱਸੋ ਮੈਨੂੰ ਖੇਤਰਫਲ ਕਿਹਦੇ ਬਰਾਬਰ ਹੈ 1/2 ਆਧਾਰ ਇਹਦਾ ਹਾਫ ਦੇ ਹੁੰਦਾ ਆਧਾਰ मेरा नाम मेरी क्रियात्मक बहुत सुझावां दे बाहरले फलां दा जोड़ ਗੱਲ ਸੁਣੋ ਲੜਾ ਹੋ ਗਿਆ मेरे स्कूल का नाम सरकारी सीनियर सैकेंडरी स्कूल संगतपुरा है मेरी आज की क्रिया है दशमलव संख्यावां दा जोड़ घटाओ मेरी आज से है मेरी चार शर्ट्स हैं इसका रेट है 227.60 पैसे हैं और मेरे पास 4 फ्रॉक्स हैं इसका रेट है 375.25 पैसे मेरे को कुछ स्लीपर्स भी हैं इसका रेट है 590 ये नहीं लगा दस ਇਹ ਸਾਰਿਆਂ ਦਾ ਰੇਟ ਸੇਮ ਹੈ ਇਹ ਸਭ ਦਾ ਰੇਟ ਸੇਮ ਹੈ ਉਹ ਵਾਲੀ ਲੈ ਲਓ ਕਿੰਨੇ ਪੈਸੇ ਵਾਲੇ ਬੇਟੇ ਦੱਸੋ ਲੈ मैडम आपसे कितने पैसे करेंगे बात क्या नाम ਦੱਸੋ ਮੈਡਮ ਕਿਵੇਂ ਜਾਇਆ ਤੇ ਆਪਾਂ ਕਿਵੇਂ ਜਾ ਰਹੇ ਆ ਉਹ 6 ਤੇ ਸੀਗੇ ਨਾ ਮੈਡਮ ਮੈਂ ਲੱਗ ਉਹ ਲੱਗ ਗਿਆ ਅੱਛਾ 2 ਬੱਚੇ ਨੇ ਲੱਗ ਗਿਆ ਖੇਲਣ ਜਿਹੜਾ ਪਹਿਲਾਂ ਪਹੁੰਚ ਗਿਆ ਲੱਗੇ ਸੋਣਾ ਹੀ ਆ ਜੇ ਮਾਈਨਸ ਤੇ ਥੱਲੇ ਆਉਣਾ ਹੈ ਕਿ ਉੱਪਰ ਜਾਣਾ ਮਾਈਨਸ ਤੇ अलग से अंदर लेते हैं रेखावां बेन किस्मा रेखावां तीन प्रकार दी हुंदी है लंब रेखावां काट रेखावां ते समांतर रेखावां आज मैं थानू लंब रेखावां बारे दस्सांगी लंब रेखावां ਉਹ ਹੁੰਦੀਆਂ ਹਨ ਜੋ ਆਪਸ ਵਿੱਚ ਮਿਲ ਕੇ 90 डिग्री ਦਾ ਕੋਣ ਬਣਾਉਂਦੀਆਂ ਹਨ ਜਿਵੇਂ ਕਿ ਕਿਤੇ एक दूसरे ਨੂੰ कोमल लंबाई घट ਵੱਧ ਦੀ ਰਹਿੰਦੀ ਹੈ ਉਦਾਹਰਨ ਪਿੰਡ ਦੀਆਂ ਗਈਆਂ
हवा होंगी है हमें जो बोलना बेटा नहीं मिल गया इतना जी ਕਾਂਗੜੀ ਗੱਡੀਆਂ ਕਿੰਨੇ ਦਾ ਮੈਮ ਨੂੰ ਕਿੰਨੇ ਦੇਣੀ ਪੈਣਗੀ ਕਿੰਨਾ ਪੇ ਕਰਨਾ ਪਏਗਾ ਮੈਨੂੰ ਦੇਣਾ ਪਏਗਾ ਇਹਦੇ ਮੈਡਮ ਨੇ ਦੋ ਅੱਜ ਦੇ ਆਪਣੀ ਕਿਰਿਆ ਦਾ ਨਾਮ ਜਿਸ ਨਾਮ ਭਾਜ ਅਤੇ ਅਭਾਜ ਹੈ। ਅਭਾਜ ਜਿਹੜੀ ਸਿਰਫ ਇੱਕ ਅਤੇ ਆਪਣੇ ਨਾਲ ਵੰਡੀ ਜਾਂਦੀ ਹੈ ਤੇ ਸਭ ਤੋਂ ਛੋਟੀ ਅਭਾਜ 2 ਇੱਕ ਨਾ ਭਾਜ ਨਾ ਅਭਾਜ ਐਗਜ਼ਾਮਪਲ 2 5 7 2 5 7 11 11 13 मेरी क्रिया का नाम चतुर्भुज के अंदरले कोना का अगे चतुर्भुज के 4 कोण होंगे हैं। एक 90 डिग्री का है। इन्हें बात करके इसमें चक्कर होता है चक्कर का जो आगे बढ़ करोगे ना मैं शिवलाल की पार्टी मेरा स्कूल का नाम आदेश कैंपस My name is Kautika. I reading Sisra. My school name is Government Senior Secondary School Saripura. Activities समझाइए मेरे साडी को पहला कौन है न्यू कौन जो आकार विच कुछ इस तरह का होता है 0 डिग्री तो बढ़ और 90 डिग्री तो घट होता है। साडी तो अगला कौन है समकोण जो इस आकार का होता है यह पूरे 90 डिग्री का होता है। अगे साडे को है अधिक कोण देखने वाला आकार विच कुछ इदा दिखने वाला कोण 90 डिग्री तो बढ़ और 180 डिग्री तो घट होता है। इसको असी अधिक कोण आखते हैं। माय नेम इज चित्रा सिंह फ्रॉम गवर्नमेंट सीनियर सेकेंडरी स्कूल सरस्वती। साडी आज दी मैथ एक्टिविटी का नाम है समिति। मेरा साथी ये तुहानू एक्सप्लेन करके दिखावेगा। केन जे असी इस तरह मंदे हाँ केन असी इत्थों कटांगे के कुछ इस प्रकार विच आ जाएगा अद्धा के आ हो जाएगा अद्धा के आ हो जाएगा पर जे असी इसको फिर जोड़ांगे ये दोनों चीजें बराबर है इस करके फिर के बन My name is Rasim. I read in 8th class in your school. ਮੈਥਮੈਟਿਕ ਫੇਅਰ ਵਿੱਚ ਅੱਜ ਮੈਂ ਗੇਮ ਖੇਡਣ ਜਾ ਰਿਹਾ ਹਾਂ ਜਿਸ ਤੋਂ ਸਾਨੂੰ ਸੁੰਦਰ ਡਿਜ਼ਾਈਨਸ ਪ੍ਰਾਪਤ ਹੁੰਦੇ ਹਨ।
ਤੇ ਮੈਕਸਿਮਮ ਪੁਆਇੰਟਸ ਦੀਆਂ ਕਿੰਨੀਆਂ ਲਾਈਨ ਸੈਗਮੈਂਟਸ ਹੋ ਸਕਦੀਆਂ ਹਨ ਪਤਾ ਲੱਗਦਾ ਹੈ। ਦੇਖੋ ਜਿਵੇਂ ਸਾਡੇ ਕੋਲ ਇੱਥੇ 2 ਪੁਆਇੰਟਸ ਹੈ, 2 ਪੁਆਇੰਟਸ ਤੋਂ ਸਾਨੂੰ ਇੱਕ ਲਾਈਨ ਸੈਗਮੈਂਟ ਪ੍ਰਾਪਤ ਹੁੰਦੀ ਹਨ ਲਾਈਕ ਦਿਸ। ਨੈਕਸਟ ਸਾਡੇ ਕੋਲ 3 ਪੁਆਇੰਟਸ ਆ, 3 ਪੁਆਇੰਟਸ ਤੋਂ ਸਾਨੂੰ 3 ਲਾਈਨ ਸੈਗਮੈਂਟਸ ਪ੍ਰਾਪਤ ਹੋਣਗੀਆਂ ਲਾਈਕ ਦਿਸ, this and this। Points 9 ਤੇ 9 ਤੋਂ 36 ਨੰਬਰ ਆਫ ਪੁਆਇੰਟ 8 ਹੈ ਤੇ ਕਿੰਨੀਆਂ ਬਣੀਆਂ? ਕਿੰਨੀਆਂ ਲਾਈਨਸ? ਜਦੋਂ ਪੁਆਇੰਟਸ ਦੀ ਕਾਊਂਟਿੰਗ ਵੱਧਦੀ ਜਾਵੇਗੀ ਨਾ ਉਦੋਂ ਲਾਈਨ ਸੈਗਮੈਂਟਸ ਨੂੰ ਕਾਊਂਟ ਕਰਨਾ ਸਾਡੇ ਲਈ ਡਿਫਿਕਲਟ ਹੈ। ਇਸ ਲਈ ਮੈਂ ਇੱਕ ਟ੍ਰਿਕ ਲੈ ਕੇ ਆਇਆ ਜਿਸ ਤੋਂ ਅਸੀਂ ਇਹ ਜਾਣ ਸਕਦੇ ਹਾਂ। ਹਾਂ, ਤੂੰ ਮੈਨੂੰ ਇਹ ਦੱਸ ਦੇ ਕਿ ਲਾਈਨ ਸੈਗਮੈਂਟ ਹੁੰਦਾ ਕੀ ਹੈ? ਸਰ ਜਿਹੜਾ ਇੱਕ ਪੁਆਇੰਟ ਲੈ ਕੇ ਦੂਜੇ ਪੁਆਇੰਟ ਤੇ ਜਿਹੜੀ ਲਾਈਨ ਬਣਦੀ ਹੈ ਉਹਨੂੰ ਲਾਈਨ ਸੈਗਮੈਂਟ ਕਹਿੰਦੇ ਹਨ। ਜਿਹੜਾ ਪੁਆਇੰਟ ਡੈਫੀਨੇਸ਼ਨ ਕੀ ਹੈ? ਜਿਹੜੇ ਪੁਆਇੰਟ ਫਿਕਸ ਹੁੰਦੇ ਹਨ ਉਹਨੂੰ ਲਾਈਨ ਸੈਗਮੈਂਟ ਕਹਿੰਦੇ ਹਨ। ਅੱਜ ਮੈਥਸ ਮੇਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰਾ ਵਿੱਚ ਲਗਾਇਆ ਗਿਆ ਹੈਗਾ ਔਰ ਸਾਡੇ ਮੈਥਸ ਟੀਚਰ ਸਰ ਤਜਿੰਦਰ ਸਰ ਔਰ ਮੈਡਮ ਸੰਦੀਪ ਔਰ ਬਹੁਤ ਸਾਰੇ ਅਧਿਆਪਕਾਂ ਦੀ ਮਦਦ ਦੇ ਨਾਲ ਅਸੀਂ ਇਹ ਮੈਥ ਮੇਲਾ ਅੱਜ ਆਪਣੇ ਸਕੂਲ ਵਿੱਚ ਆਯੋਜਿਤ ਕੀਤਾ ਹੈ। ਇਸ ਨੂੰ ਦੇਖਣ ਲਈ BM ਸਰ ਸਪੈਸ਼ਲੀ ਸਾਡੇ ਕੋਲ ਆਏ ਨੇ ਔਰ ਇਹਦੇ ਵਿੱਚ ਬੱਚਿਆਂ ਦੀ ਪਾਰਟਿਸਪੇਸ਼ਨ मतलब बहुत ही ज़्यादा अच्छी उत्साह भरी सी। हर बच्चे ने अपने मॉडल ਨੂੰ एक्टिविटी ਨੂੰ ਇੰਨੀ अच्छी तरह एक्सप्लेन किया कि आम बंदा भी अगर मैथ्स ਨੂੰ समझना चाहे तो समझ सकता। हर चीज़ ਨੂੰ बहुत अच्छी तरह एक्सप्लेन किया गया। जिन्हें भी क्रॉस क्वेश्चनिंग की गई बच्चों ने सारे के आंसर्स दिते ने और बहुत ही अच्छे तरीके नाल एक्सप्लेन किया है। टीचर्स की इन्हों की एक्टिविटीज़ तो टीचर्स की मेहनत झलकती है कि कितने अच्छे तरीके नाल टीचर्स ने सारे मॉडल्स एक्टिविटीज़ तैयार करवाइया ने। तो मैं सर का आने से बहुत बहुत शुक्रिया धन्यवाद करती हाँ सारे अध्यापकों का स्पैशली मैथ्स टीचर्स का थैंक्स करती हाँ कि उन्होंने मेले में इन्नी अच्छी तरह आयोजित किया। थैंक यू। ਅੱਜ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰਾ ਵਿਖੇ ਮੈਥ ਮੇਲਾ ਲਗਾਇਆ ਗਿਆ ਔਰ ਮੈਂ ਦੇਖਿਆ ਕਿ ਬੱਚਿਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਐਕਟੀਵਿਟੀ ਐਕਸਪਲੇਨ ਕੀਤੀਆਂ ਔਰ ਬਹੁਤ ਹੀ ਵਧੀਆ ਮੇਲਾ ਲਗਾਇਆ। ਉਹਦਾ ਰੀਜ਼ਨ ਇਹ ਕਿ ਇੱਕ ਚੰਗੇ ਅਧਿਆਪਕ ਸਕੂਲ ਵਿੱਚ ਹੈ। ਸੋ ਇੱਕ ਚੰਗਾ ਮੁਖੀ ਸਕੂਲ ਵਿੱਚ ਹੈ ਤੇ ਉਹਦੇ ਨਾਲ ਉਹਦੇ ਅਧਿਆਪਕ ਜਿਹੜੇ ਬਹੁਤ ਵਧੀਆ ਹੁੰਦੇ ਨੇ। ਸੋ ਅਧਿਆਪਕਾਂ ਨੇ ਮੈਥਮੈਟਿਕਸ ਅਧਿਆਪਕਾਂ ਨੇ ਤੇ ਆਪਣਾ ਕੰਮ ਕੀਤਾ ਹੀ ਕੀਤਾ। ਨਾਲ ਦੀ ਨਾਲ ਉਹਨਾਂ ਦੇ ਜਿਹੜੇ ਸਹਿਯੋਗੀ ਅਧਿਆਪਕ ਹੈ ਉਹਨਾਂ ਨੇ ਪੂਰਾ ਸਾਥ ਜਿਹੜਾ ਦਿੱਤਾ ਉਹਦੇ ਕਾਰਨ ਜਿਹੜਾ ਮੈਥ ਮੇਲਾ ਬਹੁਤ ਹੀ ਵਧੀਆ ਰਿਹਾ ਔਰ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਇਹਨਾਂ ਨੇ ਇੰਨੀ ਮਿਹਨਤ ਕੀਤੀ ਔਰ ਅੱਜ ਦਾ ਜਿਹੜਾ ਕੰਮ ਬਹੁਤ ਹੀ ਵਧੀਆ ਢੰਗ ਨਾਲ ਸੰਪੂਰਨ ਜਿਹੜਾ ਹੋਇਆ। ਸੋ ਥੈਂਕ ਯੂ ਵੈਰੀ ਮਚ। ਅੱਜ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰਾ ਵਿਖੇ ਮੈਥ ਮੇਲਾ ਮਨਾਇਆ ਗਿਆ। ਸਾਰੇ ਬੱਚਿਆਂ ਨੇ ਬਹੁਤ ਵਧੀਆ ਪਾਰਟਿਸਿਪੇਟ ਕੀਤਾ, ਇਹਦੇ ਵਿੱਚ ਆਪਣੇ ਮੋਡਲਸ ਬਣਾਏ, ਬਹੁਤ ਵਧੀਆ ਐਕਸਪਲੇਨ ਕੀਤੇ। ਮੈਂ BM ਸਰ ਦਾ ਧੰਨਵਾਦ ਕਰਦਾ ਕਿ ਉਹ ਸਪੈਸ਼ਲੀ ਇਸ ਮੇਲੇ ਨੂੰ ਦੇਖਣ ਆਏ। ਪ੍ਰਿੰਸੀਪਲ ਮੈਮ ਹੋਰ ਟੀਚਰਸ ਇਹਨਾਂ ਨੇ ਬਹੁਤ ਹੈਲਪ ਕੀਤੀ ਮੇਲੇ ਨੂੰ ਸੰਪੂਰਨ ਕਰਨ ਦੇ ਵਿੱਚ। ਸੰਦੀਪ ਮੈਡਮ ਦਾ ਯੋਗਦਾਨ ਸਭ ਤੋਂ ਵੱਧ ਰਿਹਾ, ਇਹਨਾਂ ਨੇ ਕਾਫੀ ਮਾਡਲ ਬਣਾਏ ਮੇਰੇ ਨਾਲ ਮਿਲ ਕੇ। ਸੋ ਥੈਂਕਸ ਅਲੋਟ। ਇਹੋ ਜਿਹੇ ਮੇਲੇ ਬਾਰ-ਬਾਰ ਲੱਗਣੇ ਚਾਹੀਦੇ ਨੇ ਕਿਉਂਕਿ ਬੱਚੇ ਨੂੰ ਲੌਜੀਕਲ ਥਿੰਕਿੰਗ ਉਹਨਾਂ ਦੀ ਵੱਧਦੀ ਹੈ, ਰੀਜ਼ਨਿੰਗ ਪਾਵਰ ਬਹੁਤ ਵੱਧਦੀ ਇਸ ਚੀਜ਼ਾਂ ਨਾਲ। ਸੋ ਥੈਂਕਸ।